सत श्री अकाल, नमस्कार, आदाब। मैं हाँ पुलिंदर सिंह बीमारी। साल 2013 साढ़े तो रुखसत हो रहे जिसमें ਅਸੀਂ ਇਕੱਠੇ ਅਲਵਿਦਾ ਕਹਾਂਗੇ ਤੇ ਸਾਲ 2014 ਦਾ ਆਗਾਜ਼ ਹੋਣ ਜਾ ਰਿਹਾ ਹੈ। ਪਰ ਸਾਲ 2013 ਵਿੱਚ ਕਈ ਅਜਿਹੀਆਂ ਖਬਰਾਂ ਸਾਡੇ ਸਾਹਮਣੇ ਰਹੀਆਂ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਵਿਸਰਾਇਆ ਨਹੀਂ ਜਾ ਸਕਦਾ। ਤਾਂ ਉਹ ਇਕੱਠੇ ਵੇਖਦੇ ਹਾਂ ਉਹਨਾਂ ਹੀ ਖਬਰਾਂ ਨੂੰ ਤੇ ਵੇਖਦੇ ਹਾਂ ਕਿ ਕੌਮਾਂਤਰੀ ਹਲਚਲ 2013 ਵਿੱਚ ਕੀ ਕੁਝ ਰਿਹਾ ਖਾਸ। ਇਹਨਾਂ ਪਾਣੀ ਦੀਆਂ ਲਹਿਰਾਂ ਨੂੰ ਵੇਖ ਕੇ ਲੱਗਦਾ ਜਿਵੇਂ ਸਮਾਂ ਬੀਤ ਜਾਂਦਾ ਹੈ, ਪਤਾ ਹੀ ਨਹੀਂ ਚੱਲਦਾ। ਸਾਲ 2013 ਵੀ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਸਮਾਪਤ ਹੋ ਰਿਹਾ ਹੈ। ਪਰ ਇਸ ਸਾਲ ਸਿੱਖ ਧਰਮ ਨੂੰ ਝੰਡੋੜਨ ਵਾਲੀ ਇੱਕ ਖਾਸ ਖਬਰ ਚਰਚਾ ਦਾ ਵਿਸ਼ਾ ਜ਼ਰੂਰ ਹੈ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਮਨਜੀਤ ਸਿੰਘ ਜੀ ਕੇ ਜਦੋਂ ਇਟਲੀ ਆਪਣੀ ਇੱਕ ਫੇਰੀ ਦੌਰਾਨ ਪਹੁੰਚੇ ਤਾਂ ਰੋਮ ਹਵਾਈ ਅੱਡੇ ਤੇ ਉਹਨਾਂ ਦੀ ਪੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ। ਜੀ ਹਾਂ, ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਹਨਾਂ ਦੀ ਪੱਗ ਲਾਉਣ ਨੂੰ ਵਾਰ-ਵਾਰ ਕਿਹਾ, ਪਰ ਅਟਲ ਰਹੇ ਆਪਣੀ ਗੱਲ ਤੇ ਅਤੇ ਦਸਤਾਰ ਦੀ ਇੱਜ਼ਤ ਮਨਜੀਤ ਸਿੰਘ ਜੀਕੇ ਨੇ ਬਰਕਰਾਰ ਰੱਖੀ। ਕੀ ਸੀ ਪੂਰਾ ਮਾਮਲਾ, ਇੱਕ ਨਜ਼ਰ। ਸਾਲ 2013 ਇੱਕ ਵਾਰ ਫੇਰ ਸਿੱਖ ਪੰਥ ਲਈ ਕੌੜੀਆਂ ਯਾਦਾਂ ਛੱਡ ਗਿਆ। ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸਿੱਖ ਵਸਦੇ ਨੇ, ਹਮੇਸ਼ਾ ਉਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰਾਂ ਉਹਨਾਂ ਦੇ ਧਰਮ ਨੂੰ ਸਮਝਣ ਅਤੇ ਧਾਰਮਿਕ ਚਿੰਨ੍ਹਾਂ ਦਾ ਸਨਮਾਨ ਕੀਤਾ ਜਾਵੇ, ਪਰ ਹਰ ਵਾਰ ਸਿੱਖਾਂ ਨੂੰ ਮਾਯੂਸੀ ਹੀ ਹੱਥ ਲੱਗਦੀ ਹੈ। ਦਰਅਸਲ ਸਾਲ 2013 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਇੱਕ 5 ਮੈਂਬਰੀ ਵਫਦ 2 ਅਗਸਤ ਨੂੰ ਇਟਲੀ ਅਤੇ ਦੁਬਈ ਵਿੱਚ ਹੋਏ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਉੱਥੇ ਗਿਆ ਸੀ। ਪਰ ਜਦੋਂ ਇਸ ਵਫਦ ਦੇ ਮੈਂਬਰ ਇਟਲੀ ਤੋਂ ਦੁਬਈ ਰਵਾਨਾ ਹੋਣ ਲਈ ਰੋਮ ਦੇ ਹਵਾਈ ਅੱਡੇ ਤੇ ਪਹੁੰਚੇ ਤਾਂ ਉਹਨਾਂ ਨੂੰ ਤਲਾਸ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੱਗ ਉਤਾਰਨ ਲਈ ਕਿਹਾ ਗਿਆ। ਪਰ ਇਸ ਹੁਕਮ ਨੂੰ ਵਫਦ ਨੇ ਪਰਵਾਹ ਨਹੀਂ ਕੀਤਾ ਅਤੇ ਸੁਰੱਖਿਆ ਅਫਸਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਕਰਨਾ ਨਾ ਸਿਰਫ ਪੱਗ ਦਾ ਅਪਮਾਨ ਹੈ ਬਲਕਿ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁੱਧ ਵੀ ਹੈ। ਲੱਖ ਸਮਝਾਉਣ ਤੇ ਵੀ ਸੁਰੱਖਿਆ ਅਫਸਰਾਂ ਨੇ ਆਪਣੀ ਇੱਜ਼ਤ ਨਹੀਂ ਛੱਡੀ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪੱਗ ਉਤਾਰਨ ਤੇ ਬਚਿਤ ਰਹੇ। ਲੰਮੀ ਬਹਿਸ ਤੋਂ ਬਾਅਦ ਇਟਲੀ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਦਖਲ ਦੇ ਕੇ ਮਸਲੇ ਨੂੰ ਹੱਲ ਕਰਵਾਇਆ, ਜਿਸ ਤੋਂ ਬਾਅਦ ਪ੍ਰਤੀਨਿਧੀ ਮੰਡਲ ਤਲਾਸ਼ੀ ਲਈ ਪੱਗ ਉਤਾਰੇ ਬਿਨਾਂ ਦੁਬਈ ਲਈ ਰਵਾਨਾ ਹੋ ਸਕਿਆ। ਗੌਰਤਲਬ ਹੈ ਕਿ ਤਲਾਸ਼ੀ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪਹਿਲਾਂ ਉਹਨਾਂ ਨੂੰ ਆਪਣੇ ਬੂਟ ਉਤਾਰਨ ਲਈ ਆਖਿਆ ਅਤੇ ਉਸ ਤੋਂ ਬਾਅਦ ਦਸਤਾਰ ਉਤਾਰਨ ਲਈ ਕਿਹਾ। ਮਨਜੀਤ ਸਿੰਘ ਜੀਕੇ ਨੇ ਦਸਤਾਰ ਉਤਾਰਨ ਤੋਂ ਨਾਂਹ ਕਰ ਦਿੱਤੀ। ਸਿੱਟੇ ਵਜੋਂ ਉਹਨਾਂ ਨੂੰ ਹਵਾਈ ਜਹਾਜ਼ ਵਿੱਚ ਸਵਾਰ ਨਹੀਂ ਹੋਣ ਦਿੱਤਾ ਗਿਆ। ਇਸੇ ਕਾਰਨ ਮਨਜੀਤ ਸਿੰਘ ਜੀਕੇ ਉਸ ਸ਼ਾਮ ਹਵਾਈ ਜਹਾਜ਼ ਵਿੱਚ ਵੀ ਸਵਾਰ ਨਹੀਂ ਹੋ ਸਕੇ। ਉਹਨਾਂ ਨੇ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਦੁਬਈ ਜਾਣਾ ਸੀ, ਜਿੱਥੇ ਇੱਕ ਨਵੇਂ ਉਸਾਰੇ ਗੁਰਦੁਆਰਾ ਸਾਹਿਬ ਦੇ ਸਮਾਗਮ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਉਣੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦਿੱਲੀ ਸਥਿਤ ਇਟਲੀ ਦੇ ਸਿਫਾਰਤਖਾਨੇ ਨੂੰ ਪੱਤਰ ਭੇਜ ਕੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਸ਼੍ਰੀ ਹਰਮੰਦਰ ਸਾਹਿਬ ਦਰਸ਼ਨਾਂ ਲਈ ਆਏ ਸਨ ਤਾਂ ਉਸ ਸਮੇਂ ਵੀ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਵਿੱਚ ਦਸਤਾਰ ਸੰਬੰਧੀ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਪੱਤਰ ਭੇਜ ਕੇ ਘਟਨਾ ਤੋਂ ਜਾਣੂ ਕਰਵਾਇਆ ਗਿਆ। ਦਿੱਲੀ ਵਾਪਸ ਆ ਕੇ ਜਥੇਦਾਰ ਮਨਜੀਤ ਸਿੰਘ ਨੇ ਐਲਾਨ ਕੀਤਾ ਕਿ ਕਈ ਵਿਦੇਸ਼ੀ ਹਵਾਈ ਅੱਡਿਆਂ ਤੇ ਤਲਾਸ਼ੀ ਲਈ ਪਗੜੀ ਉਤਰਵਾ ਕੇ ਸਿੱਖਾਂ ਦਾ ਅਪਮਾਨ ਕੀਤੇ ਜਾਣ ਦੀਆਂ ਹੋ ਰਹੀਆਂ ਘਟਨਾਵਾਂ ਦੇ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੁਹਿੰਮ ਵਿੱਢੀ ਜਾਏਗੀ, ਜੋ ਸਾਰਥਕ ਨਤੀਜੇ ਮਿਲਣ ਤੱਕ ਜਾਰੀ ਰਹੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਥੇਦਾਰ ਮਨਜੀਤ ਸਿੰਘ ਵੱਲੋਂ ਕੀਤਾ ਗਿਆ ਐਲਾਨ ਸਲਾਹੁਣਯੋਗ ਹੈ ਤੇ ਇਸ ਮੁਹਿੰਮ ਵਿੱਚ ਉਹਨਾਂ ਨੂੰ ਸਿੱਖਾਂ ਦਾ ਵੀ ਕਾਫੀ ਸਹਿਯੋਗ ਮਿਲ ਸਕਦਾ ਹੈ। ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਉੱਪਰ ਕੇ ਸਾਹਮਣੇ ਆਉਂਦਾ ਹੈ ਕਿ ਕੀ ਇਸ ਐਲਾਨ ਤੇ ਇਮਾਨਦਾਰੀ ਨਾਲ ਅਮਲ ਕੀਤਾ ਜਾ ਸਕੇਗਾ। ਇਹ ਸਵਾਲ ਉੱਠਣ ਦਾ ਕਾਰਨ ਇਹ ਵੀ ਹੈ ਕਿ ਬੀਤੇ ਸਮੇਂ ਵਿੱਚ ਅਜਿਹੇ ਐਲਾਨ ਕਈ ਵਾਰ ਕੀਤੇ ਗਏ ਜੋ ਕੁਝ ਸਮੇਂ ਵਿੱਚ ਹੀ ਦਮ ਤੋੜ ਕੇ ਅਤੀਤ ਦੇ ਗਰਭ ਵਿੱਚ ਸਮਾ ਜਾਂਦੇ ਨੇ। ਗੌਰਤਲਬ ਹੈ ਕਿ ਲੰਮੇ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਧਾਰਮਿਕ ਅਤੇ ਸਮਾਜਿਕ ਪੱਧਰ ਤੇ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਦੇ ਵੀ ਸਾਰਥਕ ਪਹੁੰਚ ਨਹੀਂ ਅਪਣਾਈ ਗਈ। ਵੇਖਣ ਵਿੱਚ ਇਹ ਵੀ ਆਇਆ ਕਿ ਜਿਸ ਸਮੇਂ ਵੀ ਕੋਈ ਸਮੱਸਿਆ ਉੱਭਰ ਕੇ ਸਾਹਮਣੇ ਆਉਂਦੀ ਹੈ ਤਾਂ ਸਿੱਖ ਆਗੂਆਂ ਵਿੱਚ ਇੰਨਾ ਜੋਸ਼ ਪੈਦਾ ਹੋ ਜਾਂਦਾ ਹੈ ਕਿ ਉਹ ਮੁਜ਼ਾਹਰੇ ਕਰਨ ਅਤੇ ਧਰਨੇ ਦੇਣ ਲਈ ਸੜਕਾਂ ਤੇ ਉਤਰ ਆਉਂਦੇ ਨੇ, ਜਿਸ ਤੋਂ ਬਾਅਦ ਇਸ ਤਰ੍ਹਾਂ ਹੀ ਲੱਗਦਾ ਹੈ ਜਿਵੇਂ ਕਿ ਉਹਨਾਂ ਦਾ ਇਹ ਜੋਸ਼ ਸਮੱਸਿਆ ਹੱਲ ਕਰਵਾ ਕੇ ਹੀ ਸ਼ਾਂਤ ਹੋਏਗਾ, ਪਰ ਇਹ ਜੋਸ਼ ਸਹਿਜੇ ਹੀ ਢੀਲਾ ਪੈ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਇਟਲੀ ਦੇ ਰੋਮ ਹਵਾਈ ਅੱਡੇ ਤੇ ਪੱਗ ਲਾਉਣ ਦੇ ਮਸਲੇ ਤੇ ਤਿੱਖਾ ਵਿਰੋਧ ਜਤਾਉਂਦਿਆਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਪੱਤਰ ਲਿਖ ਕੇ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ। ਸੁਖਬੀਰ ਸਿੰਘ ਬਾਦਲ ਨੇ ਪੱਤਰ ਵਿੱਚ ਲਿਖਿਆ ਸੀ ਕਿ ਸਿੱਖਾਂ ਨੂੰ ਇਟਲੀ ਦੇ ਹਵਾਈ ਅੱਡਿਆਂ ਤੇ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਇਸ ਤੋਂ ਪਹਿਲਾਂ ਜੈਟ 에ਅਰਵੇਜ਼ ਦੇ ਕਮਾਂਡਰ ਦੀ ਮਿਲਾਨ ਹਵਾਈ ਅੱਡੇ ਤੇ ਵੀ ਪੱਗ ਉਤਰਵਾਈ ਗਈ ਅਤੇ ਫਿਰ ਮਨਜੀਤ ਸਿੰਘ ਜੀਕੇ ਨਾਲ ਮਾੜਾ ਸਲੂਕ ਕੀਤਾ ਗਿਆ। ਉਹਨਾਂ ਖਾਸ ਤੌਰ ਤੇ ਜ਼ੋਰ ਦਿੱਤਾ ਸੀ ਕਿ ਵਾਰ-ਵਾਰ ਸਿੱਖਾਂ ਦੀਆਂ ਇਟਲੀ ਵਿੱਚ ਪੱਗਾਂ ਉਤਾਰਨਾ ਇਸ ਗੱਲ ਵੱਲ ਸਪਸ਼ਟ ਸੰਕੇਤ ਦਿੰਦਾ ਹੈ ਕਿ ਸਿੱਖਾਂ ਨੂੰ ਕਿਸੇ ਖਾਸ ਇਰਾਦੇ ਦੇ ਤਹਿਤ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦੋਂ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਭਾਰਤ ਯਾਤਰਾ ਤੇ ਆਏ ਸਨ ਤਾਂ ਵੀ ਸਿੱਖ ਆਗੂਆਂ ਨੇ ਫਰਾਂਸ ਦੇ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਦੇ ਪੱਗ ਬੰਨ੍ਹਣ ਤੇ ਲਗਾਈ ਪਾਬੰਦੀ ਦੇ ਵਿਰੁੱਧ ਰੋਸ ਮੁਜ਼ਾਹਰੇ ਕੱਢੇ, ਪਰ ਉਸ ਸਮੇਂ ਵੀ ਸਫਲਤਾ ਹੱਥ ਨਹੀਂ ਲੱਗੀ। ਇੱਕ ਪਾਸੇ ਸੁਰੱਖਿਆ ਦਾ ਹਵਾਲਾ ਦੇ ਕੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੇ ਹਮਲੇ ਹੋ ਰਹੇ ਨੇ ਤਾਂ ਦੂਜੇ ਪਾਸੇ ਨਸਲੀ ਹਮਲੇ ਵੀ ਘੱਟ ਨਹੀਂ। ਜੀ ਹਾਂ, ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਪ੍ਰੋਫੈਸਰ ਪ੍ਰਭਜੋਤ ਸਿੰਘ ਤੇ ਜਦੋਂ ਨਸਲੀ ਹਮਲਾ ਕੀਤਾ ਗਿਆ ਤਾਂ ਸਭ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ, ਲਾਮਬੰਦ ਹੋਈਆਂ। ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇੱਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇੱਕ ਅਪੀਲ ਵੀ ਕੀਤੀ ਗਈ ਤਾਂ ਜੋ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏ ਕਿ ਸਿੱਖ ਧਰਮ ਆਖਰ ਹੈ ਕੀ। ਪ੍ਰੋਫੈਸਰ ਪ੍ਰਭਜੋਤ ਸਿੰਘ ਮੀਡੀਆ ਦੇ ਸਾਹਮਣੇ ਖੁਦ ਮੁਖਾਤਿਬ ਤਾਂ ਨਹੀਂ ਹੋਏ, ਪਰ ਉਹਨਾਂ ਵੱਲੋਂ ਇੱਕ ਸੁਨੇਹਾ ਜ਼ਰੂਰ ਆਇਆ ਕਿ ਉਹ ਚਾਹੁੰਦੇ ਨੇ ਕਿ ਅਜਿਹੇ ਨਸਲੀ ਹਮਲੇ ਜੋ ਲੋਕ ਕਰ ਰਹੇ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਏ, ਉਹਨਾਂ ਨੂੰ ਦੱਸਿਆ ਜਾਏ ਕਿ ਸਿੱਖ ਧਰਮ ਆਖਰ ਹੈ ਕੀ, ਸਿੱਖ ਧਰਮ ਦੀ ਆਪਣੀ ਵੱਖਰੀ ਪਛਾਣ ਹੈ ਕੀ। बीते साल सितंबर ਵਿੱਚ ਨਿਊਯਾਰਕ ਵਿਖੇ ਸਿੱਖ ਪ੍ਰੋਫੈਸਰ ਪ੍ਰਭਜੋਤ ਸਿੰਘ ਤੇ ਹੋਏ ਨਸਲੀ ਹਿੰਸਾ ਦਾ ਹਮਲਾ ਭਾਰਤੀਆਂ ਤੇ ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਰਿਹਾ। ਕੋਲੰਬੀਆ ਯੂਨੀਵਰਸਿਟੀ ਵਿਖੇ ਕੌਮਾਂਤਰੀ ਤੇ ਜਨਤਕ ਮਾਮਲਿਆਂ ਦੇ ਪ੍ਰੋਫੈਸਰ ਪ੍ਰਭਜੋਤ ਸਿੰਘ ਮੁਤਾਬਿਕ ਹਮਲਾਵਰਾਂ ਦੇ ਉਸ ਨੂੰ ਉਸਾਮਾ ਤੇ ਅਤਵਾਦੀ ਕਿਹਾ। It was said get him, somebody yelled Osama and I heard terrorist. My beard was pulled first before my chin was hit. I had multiple people on bikes near me that were punching and I was eventually down with punches to the jaw. ਹਾਲਾਂਕਿ ਨਿਊਯਾਰਕ ਪੁਲਿਸ ਨੇ ਹਮਲਾਵਰਾਂ ਵਿਰੁੱਧ ਨਫ਼ਰਤੀ ਹਿੰਸਾ ਦਾ ਮਾਮਲਾ ਦਰਜ ਕੀਤਾ, ਪਰ ਹਮਲੇ ਨੇ ਅਮਰੀਕਾ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਵਿੱਚ ਅਸੁਰੱਖਿਆ ਦੀ ਭਾਵਨਾ ਵਿੱਚ ਵਾਧਾ ਵੀ ਕੀਤਾ। ਸੁਭਾਵਿਕ ਤੌਰ ਤੇ ਇਸ ਹਮਲੇ ਦੀ ਨਿਖੇਧੀ ਤੇ ਅਜਿਹੇ ਹਮਲਿਆਂ ਨੂੰ ਨੱਥ ਪਾਉਣ ਦੀ ਮੰਗ ਭਾਰਤ, ਖਾਸ ਕਰਕੇ ਪੰਜਾਬ 'ਚ ਰਹਿੰਦੇ ਸਿੱਖਾਂ ਨੇ ਵੀ ਕੀਤੀ। ਜ਼ਿਕਰਯੋਗ ਹੈ ਕਿ ਇਸ ਵੇਲੇ ਅਮਰੀਕਾ ਵਿੱਚ ਸਿੱਖਾਂ ਦੀ ਵਸੋਂ 7 ਲੱਖ ਦੇ ਕਰੀਬ ਹੈ। ਪ੍ਰੋਫੈਸਰ ਪ੍ਰਭਜੋਤ ਸਿੰਘ ਨੇ ਆਪਣੇ ਤੇ ਹੋਏ ਇਸ ਹਮਲੇ ਬਾਰੇ ਅਮਰੀਕੀ ਅਖਬਾਰਾਂ ਵਿੱਚ ਲਿਖਿਆ ਕਿ ਸਿੱਖ ਵਿਰੋਧੀ ਹਿੰਸਾ ਖਾਸ ਮਕਸਦ ਤੋਂ ਪ੍ਰੇਰਿਤ ਹੈ। ਉਹਨਾਂ ਅਮਰੀਕੀ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਾਂ ਵਿਰੁੱਧ ਅਜਿਹੀਆਂ ਨਫ਼ਰਤੀ ਹਿੰਸਕ ਹਮਲਿਆਂ ਨੂੰ ਇਸਲਾਮਿਕ ਵਿਰੋਧੀ ਅਪਰਾਧਾਂ ਨਾਲੋਂ ਵੱਖਰੀ ਕੈਟੇਗਰੀ ਵਿੱਚ ਰੱਖਿਆ ਜਾਵੇ। ਇਹ ਵੀ ਗੌਰਤਲਬ ਹੈ ਕਿ ਹੁਣ ਤੱਕ ਅਮਰੀਕਾ 'ਚ ਸਿੱਖਾਂ ਵਿਰੁੱਧ ਉਹਨਾਂ ਦੀ ਪਛਾਣ ਨੂੰ ਲੈ ਕੇ 700 ਤੋਂ ਵੱਧ ਅਜਿਹੇ ਨਫ਼ਰਤੀ ਹਿੰਸਾ ਦੇ ਮਾਮਲੇ ਦਰਜ ਹੋ ਚੁੱਕੇ ਨੇ। ਭਾਰਤੀ ਜਿੱਥੇ ਵੀ ਰਹਿੰਦੇ ਨੇ ਭਾਰਤ ਦਾ ਝੰਡਾ ਹਮੇਸ਼ਾ ਬੁਲੰਦ ਕਰਦੇ ਨੇ। ਜੀ ਹਾਂ, ਅਮਰੀਕਾ ਵਿੱਚ ਰਹਿ ਰਹੀ ਭਾਰਤੀ ਮੂਲ ਦੀ ਨਾਗਰਿਕ ਨੀਨਾ ਮਿਸ ਅਮਰੀਕਾ ਚੁਣੀ ਗਈ, ਪਰ ਮਿਸ ਅਮਰੀਕਾ ਚੁਣਨ ਤੋਂ ਬਾਅਦ ਕਈ ਨਸਲੀ ਹਮਲੇ ਉਸ ਤੇ ਵੀ ਕੀਤੇ ਗਏ। ਪਰ ਇਹ ਹਮਲਾ ਸੀ ਸੋਸ਼ਲ ਮੀਡੀਆ ਦੇ ਜ਼ਰੀਏ, ਟਵੀਟਸ, ਫੇਸਬੁੱਕ ਦੇ ਜ਼ਰੀਏ ਉਹਨਾਂ ਨੂੰ ਮਿਸ ਅਲ-ਕਾਇਦਾ ਵੀ ਕਿਹਾ ਗਿਆ। ਸਿਰਫ ਗੱਲ ਨੀਨਾ ਤੇ ਹੀ ਨਹੀਂ ਮੁੱਕਦੀ। ਵਾਰਿਸ ਅਲੂਵਾਲੀਆ ਇੱਕ ਸਿੱਖ ਮਾਡਲ ਇੱਕ ਇਸ਼ਤਿਹਾਰ ਦੀ ਕੰਪਨੀ ਵਿੱਚ ਜਦੋਂ ਕੰਮ ਕਰਦਾ, ਉਸਦੇ ਪੋਸਟਰ ਨਿਊਯਾਰਕ ਦੀਆਂ ਸੜਕਾਂ ਤੇ ਲੱਗੇ ਤਾਂ ਉਸ ਪੋਸਟਰ ਸੇ ਵੀ ਨਸਲੀ ਹਮਲੇ ਦੇ ਰੂਪ ਵਿੱਚ ਕਈ ਕੁਝ ਲਿਖਿਆ ਗਿਆ। Your new Miss America is Miss New York. ਭਾਰਤੀ ਮੂਲ ਦੀ ਸੁੰਦਰੀ ਨੀਨਾ ਦਾਵਲੂਰੀ ਨੇ ਮਿਸ ਅमेरिका खिताब की जितया, मन्नो पुचाल आ गया। 2 years in a row. What a moment for Mallory and for New York. नीना दावलूरी प्रतियोगिता जीतने वाली भारतीय मूल की पहली अमरीकी महिला बनी। बहुत सारे लोगों ने सोशल मीडिया साइट ट्विटर ते
ਨੀਨਾ ਦਾਵਲੂਰੀ ਤੇ ਉਹਨਾਂ ਦੀ ਜਿੱਤ ਬਾਰੇ ਟਿੱਪਣੀਆਂ ਦੀ ਬੌਛਾਰ ਕਰ ਦਿੱਤੀ। ਲੋਕਾਂ ਨੇ ਨੀਨਾ ਦਾਵਲੂਰੀ ਦੇ ਭਾਰਤੀ ਮੂਲ ਹੋਣ ਦੇ ਆਧਾਰ ਤੇ ਨਸਲੀ ਭੇਦਭਾਵ ਤੋਂ ਪ੍ਰਭਾਵਿਤ ਟਿੱਪਣੀਆਂ ਕਰਦੇ ਹੋਏ ਗੁੱਸਾ ਵੀ ਪ੍ਰਗਟਾਇਆ। ਪਰ ਦੂਜੇ ਪਾਸੇ ਨੀਨਾ ਦਾਵਲੂਰੀ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਬਹੁਤ ਸਾਰੇ ਭਾਰਤੀ ਤੇ ਦੱਖਣ ਏਸ਼ੀਆਈ ਮੂਲ ਦੇ ਲੋਕ ਵੀ ਨਾਰਾਜ਼ ਹੋਏ। ਕਈ ਅਮਰੀਕੀ ਵੀ ਨੀਨਾ ਦੇ ਸਮਰਥਨ 'ਚ ਅੱਗੇ ਆਏ। ਸਿਰਫ ਭਾਰਤੀ ਮੂਲ ਦੇ ਹੀ ਨਹੀਂ ਸਗੋਂ ਪਾਕਿਸਤਾਨ ਸਣੇ ਕਈ ਹੋਰ ਦੇਸ਼ਾਂ ਦੇ ਮੂਲ ਲੋਕ ਵੀ ਨੀਨਾ ਦਾਵਲੂਰੀ ਦੇ ਖਿਤਾਬ ਜਿੱਤਣ ਤੇ ਉਹਨਾਂ ਦੇ ਖਿਲਾਫ ਹੋਣ ਵਾਲੀ ਨਸਲੀ ਟਿੱਪਣੀਆਂ ਨੂੰ ਗਲਤ ਕਹਿੰਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਨੀਨਾ ਦਾਵਲੂਰੀ ਅਮਰੀਕੀ ਸੁੰਦਰਤਾ ਪ੍ਰਤੀਯੋਗਿਤਾ ਵਿਜੇਤਾ ਨੇ, ਜਿਸ ਨੂੰ ਮਿਸ ਨਿਊਯਾਰਕ 2013 ਤੋਂ ਨਾਮਜ਼ਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਮਿਸ ਅਮਰੀਕਾ 2014 ਦਾ ਖਿਤਾਬ ਵੀ ਆਪਣੇ ਨਾਂ ਕਰ ਲਿਆ। ਉਹ ਪਹਿਲੀ ਭਾਰਤੀ ਅਮਰੀਕੀ ਹੈ ਜਿਨ੍ਹਾਂ ਨੇ ਮਿਸ ਅਮਰੀਕਾ ਦਾ ਖਿਤਾਬ ਜਿੱਤਿਆ। ਦਾਵਲੂਰੀ ਦਾ ਜਨਮ ਨਿਊਯਾਰਕ ਸੂਬੇ ਦੇ ਸੈਰਾਕਿਊਜ਼ ਨਗਰ ਵਿੱਚ ਹੋਇਆ, ਜਿੱਥੇ 4 ਸਾਲ ਦੀ ਉਮਰ 'ਚ ਉਹ ਆਪਣੇ ਪਰਿਵਾਰ ਦੇ ਨਾਲ ਓਕਲਾਹੋਮਾ ਚਲੀ ਗਈ ਤੇ ਜਿਸ ਤੋਂ ਬਾਅਦ ਉਹ ਸੇਂਟ ਜੋਸਫ ਮਿਸ਼ੀਗਨ 'ਚ ਆਪਣੇ ਪਰਿਵਾਰ ਦੇ ਨਾਲ ਰਹਿਣ ਲੱਗ ਪਈ। ਵਾਰਿਸ ਆਲੂਵਾਲੀਆ ਉਹ ਸਿੱਖ ਨੌਜਵਾਨ ਜਿਸ ਨੂੰ ਆਪਣੇ ਸਿੱਖੀ ਸਰੂਪ ਕਾਰਨ ਅਮਰੀਕਾ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ। ਵਾਰਿਸ ਉੱਘੇ ਕੱਪੜਿਆਂ ਦੀ ਕੰਪਨੀ ਗੈਪ ਵਿੱਚ ਇੱਕ ਮਾਡਲ ਹੈ ਤੇ ਗੈਪ ਦੇ ਇੱਕ ਪੋਸਟਰ ਦੀ ਉਹਨਾਂ ਮਾਡਲਿੰਗ ਕੀਤੀ ਤੇ ਮਾਡਲਿੰਗ ਦੇ ਇਸ ਪੋਸਟਰ ਵਿੱਚ ਹੀ ਉਹ ਨਸਲੀ ਟਿੱਪਣੀ ਦਾ ਸ਼ਿਕਾਰ ਹੋ ਗਏ। ਉਹ ਇਸ ਕਦਰ ਸ਼ਿਕਾਰ ਹੋਏ ਕਿ ਲੋਕਾਂ ਨੇ ਉਸ ਪੋਸਟਰ ਨੂੰ ਹੀ ਨਸਲੀ ਟਿੱਪਣੀਆਂ ਨਾਲ ਭਰ ਦਿੱਤਾ, ਜਿਸ ਵਿੱਚ ਉਹ ਮਾਡਲ ਸਨ। ਉਹਨਾਂ ਦੇ ਪੋਸਟਰ ਵਿੱਚ ਮੇਕ ਲਵ ਨਾਂ ਦੇ ਟੈਗ ਸੀ, ਜਿਸ ਨੂੰ ਨਸਲੀ ਟਿੱਪਣੀਆਂ ਕਰਨ ਵਾਲਿਆਂ ਨੇ ਉਸ ਨੂੰ ਬਦਲ ਕੇ ਮੇਕ ਬੰਬ ਕਰ ਦਿੱਤਾ ਤੇ ਇਹ ਵੀ ਲਿਖਿਆ ਗਿਆ ਕਿ ਪਲੀਜ਼ ਡਰਾਈਵ ਟੈਕਸੀ। ਦੱਸ ਦਈਏ ਕਿ ਬਹੁਤੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਇੱਥੇ ਟੈਕਸੀ ਚਲਾਉਂਦੇ ਨੇ। ਟਵਿੱਟਰ ਜ਼ਰੀਏ ਇਹ ਮਾਮਲਾ ਸਾਹਮਣੇ ਆਇਆ ਤੇ ਭਾਰੀ ਵਿਰੋਧ ਦੇ ਬਾਅਦ ਗੈਪ ਨੇ ਵੀ ਜਾਂਚ ਦੇ ਹੁਕਮ ਦਿੱਤੇ, ਪਰ ਇਸ ਮਾਮਲੇ ਤੋਂ ਬਾਅਦ ਇਹ ਸਾਬਿਤ ਹੋ ਗਿਆ ਕਿ ਅਮਰੀਕਾ ਵਿੱਚ ਨਸਲੀ ਹਮਲੇ ਬਹੁਤ ਆਮ ਨੇ। ਕੌਮਾਂਤਰੀ ਹਲਚਲ 2013 ਵਿੱਚ ਹਾਲਾ ਹੋਰ ਵੀ ਬਹੁਤ ਕੁਝ ਬਾਕੀ ਹੈ। ਬਣੇ ਰਹੋ ਸਾਡੇ ਨਾਲ, ਛੇਤੀ ਹਾਜ਼ਰ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸਾਲ 2013 ਦੇ ਅੰਤ ਵਿੱਚ ਨਿਊਯਾਰਕ ਵਿੱਚ ਭਾਰਤੀ ਡਿਪਲੋਮੈਟ ਦਿਵਿਆਨੀ ਦਾ ਮਾਮਲਾ ਕੁਝ ਸੁਰਖੀਆਂ ਵਿੱਚ ਬਣਦਾ ਵਿਖਾਈ ਦਿੱਤਾ। ਜੀ ਹਾਂ, ਮਾਮਲਾ ਸੀ ਘਰ ਵਿੱਚ ਕੰਮ ਕਰ ਰਹੇ ਸ਼ਖਸ ਨੂੰ ਘੱਟ ਤਨਖਾਹ ਦੇਣ ਦਾ ਮਾਮਲਾ। ਪਰ ਇਹ ਮਾਮਲਾ ਕੁਝ ਇਸ ਤਰ੍ਹਾਂ ਉਲਝਿਆ ਕਿ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਖਹਿਬਾਜ਼ੀ ਦਾ ਦੌਰ ਸ਼ੁਰੂ ਜਿਹਾ ਹੋ ਗਿਆ। ਜੀ ਹਾਂ, ਮਾਮਲਾ ਉੱਠਿਆ ਸੀ ਦਿਵਿਆਨੀ ਦਾ, ਪਰ ਦਿਵਿਆਨੀ ਨੇ ਇਲਜ਼ਾਮ ਲਗਾਇਆ ਕਿ ਸੁਰੱਖਿਆ ਮੁਲਾਜ਼ਮਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਫਿਰ ਭਾਰਤੀ ਸਰਕਾਰ ਦਿਵਿਆਨੀ ਦੇ ਅੱਗੇ ਆ ਕੇ ਖੜੀ ਹੋ ਗਈ ਅਤੇ ਅਮਰੀਕਾ ਨੂੰ ਝੁਕਣ ਲਈ ਵਾਰ-ਵਾਰ ਮਜਬੂਰ ਕੀਤਾ ਗਿਆ। ਕੀ ਸੀ ਪੂਰਾ ਮਾਮਲਾ? ਆਓ ਵੇਖੋ। ਸਾਲ ਦਾ ਅੰਤ ਆਉਂਦਿਆਂ ਅਮਰੀਕਾ ਦੀ ਦਾਦਾਗਿਰੀ ਨੇ ਭਾਰਤ ਨੂੰ ਇੱਕ ਵਾਰ ਫਿਰ ਨਾਰਾਜ਼ ਕੀਤਾ। ਭਾਰਤ ਦੀ ਰਾਜਨਇਕ ਦਿਵਿਆਨੀ ਨੂੰ ਅਮਰੀਕਾ ਵਿੱਚ ਆਪਣੇ ਨੌਕਰਾਨੀ ਦੇ ਵੀਜ਼ੇ ਦੇ ਕੁਝ ਸ਼ੰਕਿਆਂ ਨੂੰ ਲੈ ਕੇ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਆਪਣੀ ਬੇਟੀ ਨੂੰ ਸਕੂਲ ਛੱਡਣ ਜਾ ਰਹੀ ਸੀ। ਹਾਲਾਂਕਿ ਇਹ ਮਾਮਲਾ ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ, ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ, ਸ਼ਾਹਰੁਖ ਖਾਨ ਦੀ ਤਰ੍ਹਾਂ ਤੂਲ ਨਾ ਫੜਦਾ ਜੇਕਰ ਦਿਵਿਆਨੀ ਵੱਲੋਂ ਆਪਣੇ IFS ਸਾਥੀਆਂ ਨੂੰ ਭਾਵੁਕ ਈਮੇਲ ਨਹੀਂ ਲਿਖੀ ਜਾਂਦੀ। ਇਸ ਈਮੇਲ ਸਦਕਾ ਹੀ ਸਰਕਾਰ ਹਰਕਤ ਵਿੱਚ ਆਈ। ਦਿਵਿਆਨੀ ਨੇ ਆਪਣੀ ਮੇਲ ਵਿੱਚ ਲਿਖਿਆ ਕਿ ਅਮਰੀਕਾ ਵਿੱਚ ਉਹਨਾਂ ਨੂੰ ਸਰੇਆਮ ਹੱਥਕੜੀ ਲਗਾਈ ਗਈ, ਕੱਪੜੇ ਉਤਾਰ ਕੇ ਤਲਾਸ਼ੀ ਲਈ ਗਈ ਤੇ ਗੰਭੀਰ ਅਪਰਾਧੀਆਂ ਦੇ ਨਾਲ ਹਵਾਲਾਤ ਵਿੱਚ ਰੱਖਿਆ ਗਿਆ। ਉਹਨਾਂ ਦਾ ਕੈਵਿਟੀ ਟੈਸਟ ਕੀਤਾ ਗਿਆ ਤੇ DNA ਟੈਸਟ ਦੇ ਸੈਂਪਲ ਵੀ ਲਏ ਗਏ, ਜੋ ਸਿਰਫ ਕ੍ਰਿਮੀਨਲਸ ਦੇ ਨਾਲ ਹੀ ਕੀਤਾ ਜਾਂਦਾ ਹੈ। ਦਿਵਿਆਨੀ ਨੇ ਮੇਲ ਵਿੱਚ ਸਰਕਾਰ ਤੋਂ ਆਪਣੀ ਤੇ ਆਪਣੇ ਬੱਚੇ ਦੀ ਸੁਰੱਖਿਆ ਦੇ ਨਾਲ-ਨਾਲ IFS ਦੀ ਮਰਿਆਦਾ ਦੀ ਰੱਖਿਆ ਦੀ ਗੁਹਾਰ ਲਗਾਈ। ਦਿਵਿਆਨੀ ਨੇ ਦੱਸਿਆ ਕਿ ਜਦੋਂ ਪੁਲਿਸ ਹਿਰਾਸਤ ਵਿੱਚ ਸੀ ਤਾਂ ਕਈ ਵਾਰ ਰੋ ਪਈ, ਪਰ ਆਪਣੀ ਗਰਿਮਾ ਬਣਾਈ ਰੱਖੀ ਕਿਉਂਕਿ ਉਹ ਦੇਸ਼ ਦਾ ਪ੍ਰਤੀਨਿਧਤਵ ਕਰ ਰਹੀ ਸੀ। ਦਿਵਿਆਨੀ ਨੇ ਦੱਸਿਆ ਕਿ ਉਹ ਜਦੋਂ ਇਸ ਕਠਿਨ ਦੌਰ ਤੋਂ ਗੁਜ਼ਰ ਰਹੀ ਸੀ ਤਾਂ ਉਸ ਨਾਲ ਕਈ ਵਾਰ ਬਦਸਲੂਕੀ ਵੀ ਕੀਤੀ ਗਈ, ਐਵੇਂ ਜਿਵੇਂ ਕਿ ਉਹ ਬਹੁਤ ਵੱਡਾ ਅਪਰਾਧੀ ਹੋਵੇ। ਔਰ ਇਹ ਸਭ ਉਦੋਂ ਹੋਇਆ ਜਦੋਂ ਉਸ ਕੋਲ ਰਾਜਨਇਕ ਹੋਣ ਦੇ ਨਾਤੇ ਖਾਸ ਅਧਿਕਾਰ ਮਿਲੇ ਹੋਏ ਸਨ। ਗੌਰਤਲਬ ਹੈ ਕਿ ਦਿਵਿਆਨੀ ਤੇ ਆਪਣੀ ਨੌਕਰਾਨੀ ਦੇ ਵੀਜ਼ੇ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ।
ਦੋਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨੌਕਰਾਨੀ ਨੂੰ ਮਿੱਥੇ ਗਏ ਤਜਵੀਜ਼ਾਂ ਤਹਿਤ ਤਨਖਾਹ ਨਹੀਂ ਦਿੱਤੀ ਜਾਂਦੀ ਸੀ, ਜੋ ਅਮਰੀਕਾ ਵਿੱਚ ਇੱਕ ਜੁਰਮ ਮੰਨਿਆ ਜਾਂਦਾ ਹੈ। ਇਸ ਲਈ ਦਿਵਿਆਨੀ ਨੂੰ ਆਪਣੇ ਬੱਚੇ ਨੂੰ ਸਕੂਲ ਛੱਡਣ ਸਮੇਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਸਿਆ ਇੱਕ ਛੋਟਾ ਜਿਹਾ ਸ਼ਹਿਰ ਯੂਬਾ ਸਿਟੀ ਉਂਝ ਤਾਂ ਆਮ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਨਹੀਂ ਰਹਿੰਦਾ, ਪਰ ਇਹ ਛੋਟੇ ਜਿਹਾ ਸ਼ਹਿਰ ਹੀ ਨਵੰਬਰ ਦੇ ਮਹੀਨੇ ਵਿੱਚ ਗੁਰਤਾ ਗੱਦੀ ਦਿਵਸ ਦੇ ਸਮਾਗਮਾਂ ਦੇ ਆਗਾਜ਼ ਦੇ ਮੌਕੇ ਇੱਕ ਵਿਸ਼ਾਲ ਸ਼ਹਿਰ ਦਾ ਰੂਪ ਧਾਰਨ ਕਰ ਲੈਂਦਾ ਹੈ। ਸਿੱਖ ਭਾਈਚਾਰੇ ਦੇ ਲੋਕ ਇੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਨੇ ਅਤੇ ਗੁਰਦੁਆਰਾ ਸਾਹਿਬ ਤੋਂ ਅਲੌਕਿਕ ਨਜ਼ਾਰਾ ਪੇਸ਼ ਹੁੰਦਾ ਹੈ ਜਦੋਂ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੀਆਂ ਗਲੀਆਂ ਵਿੱਚੋਂ ਹੋ ਕੇ ਗੁਜ਼ਰਦਾ ਹੈ। ਆਓ ਵੇਖਦੇ ਹਾਂ ਇਸ ਸਾਲ ਕਿਸ ਤਰ੍ਹਾਂ ਦਾ ਅਲੌਕਿਕ ਨਜ਼ਾਰਾ ਇਸ ਸ਼ਹਿਰ ਵਿੱਚ ਵੇਖਣ ਨੂੰ ਮਿਲਿਆ। ਦੇ ਸੰਕਲਪ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕਰਨ ਦਾ ਉਪਰਾਲਾ ਛੋਟੇ ਪੱਧਰ ਤੇ ਸ਼ੁਰੂ ਕੀਤਾ, ਜੋ ਅੱਜ ਸੰਗਤਾਂ ਵੱਲੋਂ ਆਪਣੇ ਬਜ਼ੁਰਗਾਂ ਦੀ ਸੋਚ ਨੂੰ ਅੱਗੇ ਵਧਾਉਣ ਸਦਕਾ ਅਮਰੀਕਾ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੋ ਚੁੱਕਾ ਹੈ, ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਪੰਜਾਬੀ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਲੋਚਦੇ ਰਹਿੰਦੇ ਨੇ। ਉੱਥੇ ਯੂਬਾ ਸਿਟੀ ਵਿੱਚ ਰਹਿਣ ਵਾਲੇ ਪੰਜਾਬੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਅਤੇ ਮਹਿਮਾਨ ਨਵਾਜ਼ੀ ਕਰਨ ਦੀ ਉਡੀਕ ਵਿੱਚ ਸਾਰਾ ਸਾਲ ਲਗਾਉਂਦੇ ਨੇ ਅਤੇ ਸਾਲ 2013 ਵਿੱਚ ਇੱਕ ਵਾਰ ਫਿਰ ਸੇਵਾ, ਸਿਮਰਨ, ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦਾ 34ਵਾਂ ਮਹਾਨ ਨਗਰ ਕੀਰਤਨ 3 ਨਵੰਬਰ 2013 ਨੂੰ ਆਪਣੇ ਪੂਰੇ ਖਾਲਸਾਈ ਜਾਹੋ ਜਲਾਲ ਵਿੱਚ ਇੱਕ ਵਾਰ ਫਿਰ ਤੋਂ ਵਿਖਾਈ ਦਿੱਤਾ। हर बार की तरह इस बार भी हजारों श्रद्धालुओं ने इस नगर कीर्तन में हिस्सा लिया। गौरतलब है कि सवेर तो ही संगतां दीयां लंबियां लंबियां कतारां श्री गुरु ग्रंथ साहब जी नूं नमस्कार करन लई लगणियां शुरू हो गईयां सन। उंज तां 1 नवंबर तो ही यूबा सिटी विच समागमां दा आगाज कर दिता गया सी, जिस दे चलदियां गुरुद्वारा साहब विच दीवान सजाए गए अते 1 नवंबर नूं ही रात दे समय आतिशबाजी दा अलौकिक नज़ारा भी विखाई दिता अते फिर अगले दिन यानी 2 नवंबर ਨੂੰ ਸਵੇਰੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਗਿਆ ਅਤੇ ਫਿਰ ਵੱਖ-ਵੱਖ ਥਾਵਾਂ ਤੋਂ ਆਏ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦਰਮਿਆਨ ਸਵੇਰ ਦੇ ਸਮੇਂ ਨਿਸ਼ਾਨ ਸਾਹਿਬ ਦੀ ਸੇਵਾ ਦੇ ਅਦਭੁਤ ਨਜ਼ਾਰੇ ਨੂੰ ਵੀ ਵੇਖਣ ਦਾ ਸੁਭਾਗ ਹਾਸਲ ਸ਼ਰਧਾਲੂਆਂ ਨੂੰ ਹੋਇਆ। ਭਗਤ ਦਾਨ ਜਸ ਮੰਗੀ, ਭਗਤ ਦਾਨ ਜਸ ਮੰਗੀ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਸੋਭਾ ਮੇਰੇ ਇਸ ਤੋਂ ਬਾਅਦ ਦੁਪਹਿਰ ਦੇ ਸਮੇਂ ਦਸ਼ਮੇਸ਼ ਹਾਲ ਵਿੱਚ ਸਿੱਖਾਂ ਦੇ ਆਧਾਰਿਤ ਕੁਝ ਖਾਸ ਫਿਲਮਾਂ ਨੂੰ ਪ੍ਰਦਰਸ਼ਿਤ ਵੀ ਕੀਤਾ ਗਿਆ, ਜਦਕਿ 3 ਨਵੰਬਰ ਨੂੰ ਪਾਠ ਦੀ ਸਮਾਪਤੀ ਤੋਂ ਬਾਅਦ ਸਵੇਰੇ 11 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨਾਲ 5 ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਹੋ ਗਿਆ। श्री गुरु ग्रंथ साहब जी के सुंदर पालकी के अगे कई सिख सोसाइटियां, स्कूली बच्चे, बैंड और नाल ही गतके दे जौहर भी वेखण मिले। खास गल यह भी सी कि यह नगर कीर्तन अमरीका का सब तो वड्डा नगर कीर्तन मन्निया जाता है। इस नगर कीर्तन विच ट्रकों ते सजाए सिख इतिहास नाल संबंधित कई फ्लोट वेखण मिले। उंज तां युबा सिटी अमरीका का एक छोटा जिहा इलाका है, पर इस नगर कीर्तन दौरान हजारों की गिनती में पहुंचे श्रद्धालुओं को वेख के यह एक विशाल शहर का रूप धारण कर लेंदा है।
सब सिखन को हुक्म है गुरु मान्यो ग्रंथ। आतिशबाजी का प्रबंध किया गया। हजारां की गिनती विच संगतां ने आतिशबाजी का आनंद माणिया। उस तो बाद अगले दिन 2 नवंबर की सवेर निशान साहिब का चोला पतलिया गया। पहला पानी ते फिर दुध नाल श्री निशान साहिब नूं इशनान कराया गया ते फिर नवे खंडर साहिब नूं निशान साहिब ते सजाया गया। कोई न जाने तुम्हारा ऊंचे सगल सामग्री तुमरे तुमते हो सो आज्ञाकारी तुम्हारी गात में तुम ही जानी नानक दास सदा कुर्बानी। प्यारे आयत देते फतेह बिरद की पैज पंथ की जी श्री साहब जी सहाय खालसा जी के बोल बाले जी बोलो जी। सिखा नु सिक्खी दान केस दान रहत दान भवीख दान भरोसा दान दाना सरदान नाम दान श्री अमृतसर जी के इशनान चौकियां झंडे मूंगे जुगो जुगा डाल लेकर खालसा जी बोलो जी। 2 नवंबर तो बाद जिस दिन का श्रद्धालुओं नूं इंतजार सी वो खास दिन भी आया। 3 नवंबर नूं हजारां की गिनती विच संगतां ने युवा सिटी नगर कीर्तन का अलौकिक नजारा माणिया। इस नगर कीर्तन दे विच तकरीबन 20 ਵੱਖੋ-ਵੱਖ फ्लोट सजाया गई सन। हर फ्लोट अपने आप विच सिੱਖੀ ਸਮੋਈ ਹੋਈ ਸੀ, जिस विच सिख इतिहास ते सिख भाईचारे नाल जुड़े कई पहलुओं नूं श्रद्धालुओं तक साझा किया गया। इस नगर कीर्तन की अगवाई श्री गुरु ग्रंथ साहिब जी की छतर छाया हेठ की गई। सब सिखन को हुक्म है गुरु मान्यो ग्रंथ। कौमांतरी हलचल 2013 ਵਿੱਚ ਹਲਚਲ ਹਾਲਾਂ ਹੋਰ ਵੀ ਬਾਕੀ ਹੈ। ਬਣੇ ਰਹੋ ਸਾਡੇ ਨਾਲ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ब्रेक तो बाद एक बार फिर तुहाडा स्वागत है। साल 2013 की सब तो दुखद खबर आई दक्षिणी अफ्रीका तो, जिथे दक्षिण अफ्रीका के साबका राष्ट्रपति नैल्सन मंडेला की मौत हो गई। 95 साल के नैल्सन मंडेला की प्रसिद्धि किसी तो लुकी नहीं सी। उन्हों की प्रसिद्धि हर थां अपनी अपनी तरह नाल जग ज़ाहर हो चुकी सी। शांति के पुंज और अहिंसावादी नैल्सन मंडेला की प्रसिद्धि इसे गल तो लगाई जा सकती है कि उन्होंने अंतिम दर्शनां लई हज़ारां गिणती विच लोग वख-वख मुल्कां तो दक्षिणी अफ्रीका पहुंचे। मिस्टर मैंडेला ने अपनी फ्रीडम दी प्यास अपने पिता दी ट्राइबल रॉयल्टी दी अदालतां तो शुरू की। अंडरग्राउंड फ्रीडम तो लैके जेल दी सलाखा दे पिछे जाके भी उन्होंने अपनी जंग जारी रखी ते आखिरकार साउथ अफ्रीका दे प्रेजिडेंट बनन दा खिताब हासिल कीता। We, the people of South Africa, feel fulfilled that humanity has taken us back into its bosom, that we, who were outlaws not so long ago, have today been given the rare privilege to be host to the nations of the world on our own soil. नेल्सन मैंडेला दा नाम संसार दे मशहूर पोलिटिकल प्रिजनर ते मन्ने हुए पोलिटिकल लीडर्स दे विच दर्ज किया गया है। साउथ अफ्रीका विच जम्मे नेल्सन मैंडेला टेम्बू ट्राइब दे सरदार दे बेटे सन। मैंडेला अपनी शुरुआती दौर तो ही एक साफ सुथरे नेता सन। जात पात
ਤੇ ਅਸਮਾਨਤਾ ਦੇ ਮਤਭੇਦ ਨੂੰ ਖਤਮ ਕਰਨਾ ਉਹਨਾਂ ਦਾ ਇੱਕ ਸੁਪਨਾ ਸੀ। ਉਹ ਬਲੈਕ ਅਫਰੀਕਨਸ ਨੂੰ ਗੋਰੇ ਅਫਰੀਕਨਸ ਵਰਗਾ ਉਹਨਾਂ ਦਾ ਇੱਕ ਸਮਾਨ ਹੋਣ ਦਾ ਦਰਜਾ ਦਿਲਵਾਨਾ ਚਾਹੁੰਦੇ ਸੀ, ਜੋ ਕਿ ਪੋਲੀਟੀਕਲ ਸਿਸਟਮ ਉਹਨਾਂ ਨੂੰ ਨਹੀਂ ਦੇ ਰਿਹਾ ਸੀ। ਮੰਡੇਲਾ ਦਾ ਮੁੱਖ ਆਦੇਸ਼ ਸਾਊਥ ਅਫਰੀਕਾ ਵਿੱਚ ਸੈਪਰੇਸ਼ਨ, ਅਪਾਰਥਾਈਡ ਨੂੰ ਅਹਿੰਸਕ ਢੰਗ ਨਾਲ ਖਤਮ ਕਰਨਾ ਸੀ। ਉਹਨਾਂ ਨੇ ਆਪਣਾ ਵਿਰੋਧ ਹੜਤਾਲਾਂ ਰਾਹੀਂ ਕੀਤਾ, ਜਿਸ ਨਾਲ ਉਹ ਘਰ-ਘਰ ਵਿੱਚ ਫੇਮਸ ਹੋ ਗਏ। ਇਹ ਅਹਿੰਸਕ ਜੰਗ ਉਹ 15 ਸਾਲ ਤੱਕ ਲੜਦੇ ਰਹੇ, ਜੋ ਆਖਿਰਕਾਰ ਇਸ ਵਿੱਚ ਅਸਫਲ ਰਹੇ। ਕਾਸਮ ਪੁਆਇੰਟ ਦ ਸ਼ਾਰਪਵਿਲ ਮੈਸੇਕਰ 1960 ਵਿੱਚ ਅਫਰੀਕਨ ਪੁਲਿਸ ਨੇ 69 ਨਿਹੱਥੇ ਅੰਦੋਲਨਕਾਰੀਆਂ ਨੂੰ ਮਾਰ ਗਿਰਾਇਆ। ਇਸ ਹੱਤਿਆਕਾਂਡ ਤੋਂ ਬਾਅਦ ਮੰਡੇਲਾ ਅਤੇ ਉਹਨਾਂ ਦੀ ਸੰਸਥਾ ਨੂੰ ਵਿਸ਼ਵਾਸ ਹੋ ਗਿਆ ਕਿ ਅਪਾਰਥਾਈਡ ਰੰਗ ਭੇਦ ਨੂੰ ਖਤਮ ਕਰਨਾ ਇੰਨਾ ਆਸਾਨ ਨਹੀਂ ਹੈ। ਅਪਾਰਥਾਈਡ ਦੀ ਨੀਤੀ ਨੈਸ਼ਨਲ ਪਾਰਟੀ ਗੋਰਿਆਂ ਦੀ ਸਰਕਾਰ ਵੱਲੋਂ ਬਣਾਈ ਗਈ ਸੀ, ਜੋ ਅਫਰੀਕਾ ਨੂੰ ਵੰਡਣ ਦਾ ਕੰਮ ਕਰ ਰਹੀ ਸੀ, ਜਿਸ ਦਾ ਉਦੇਸ਼ ਸੀ ਬਲੈਕ ਅਤੇ ਵਾਈਟ ਅਫਰੀਕਨ ਇਕੱਠੇ ਨਾ ਰਹਿ ਸਕਣ, ਨਾ ਕਦੇ ਖਾ ਸਕਣ, ਨਾ ਇਕੱਠੇ ਹੋ ਕੇ ਕੋਈ ਕੰਮ ਕਰ ਸਕਦੇ ਸਨ। ਹੱਤਿਆਕਾਂਡ ਤੋਂ ਬਾਅਦ ਮੰਡੇਲਾ ਨੇ ਅਫਰੀਕਨ ਨੈਸ਼ਨਲ ਨੂੰ ਇੱਕ ਪੈਰਾਮਿਲਟਰੀ ਯੂਨਿਟ ਵਿੱਚ ਬਦਲ ਦਿੱਤਾ, ਜਿਸ ਦੇ ਕਾਰਨ ਮੰਡੇਲਾ ਸਾਊਥ ਅਫਰੀਕਨ ਗਵਰਨਮੈਂਟ ਦਾ ਮੇਨ ਟਾਰਗੇਟ ਬਣ ਗਏ ਤੇ ਆਖਿਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 1964 ਵਿੱਚ ਜਦੋਂ ਮੰਡੇਲਾ 44 ਇਅਰਸ ਦੇ ਸਨ, ਉਹਨਾਂ ਨੂੰ ਰੋਬਿਨ ਆਈਲੈਂਡ ਜੇਲ੍ਹ ਵਿੱਚ ਉਮਰ ਕੈਦ ਦੇ ਲਈ ਬੰਦ ਕਰ ਦਿੱਤਾ ਗਿਆ। ਅਗਲੇ 25 ਇਅਰਸ ਤੱਕ ਉਹ ਜੇਲ੍ਹ ਵਿੱਚ ਰਹੇ। ਮੰਡੇਲਾ ਦੇ ਜੇਲ੍ਹ ਦੇ ਦੌਰਾਨ ਵਾਈਟ ਲੀਡਰਸ਼ਿਪ ਅਫਰੀਕਾ ਨੂੰ ਦਿਸਣ ਲੱਗਿਆ ਕਿ ਲੋਕਾਂ ਦੀ ਅਪਾਰਥਾਈਡ ਰੰਗ ਭੇਦ ਦੇ ਨਾਲ ਉਹਨਾਂ ਦੀ ਗਵਰਨਮੈਂਟ ਅੱਗੇ ਨਹੀਂ ਵਧ ਸਕਦੀ ਤੇ ਉਹ ਸਾਊਥ ਅਫਰੀਕਾ ਚਲਾਉਣ ਵਿੱਚ ਨਾਕਾਮ ਹੋ ਰਹੇ ਹਨ। ਸੋ ਉਹਨਾਂ ਨੇ ਮੰਡੇਲਾ ਨਾਲ ਇਸ ਰੂਲ ਨੂੰ ਤੋੜਨ ਦੇ ਲਈ ਸੀਕ੍ਰੀਟ ਗੱਲਬਾਤ ਕਰਨੀ ਸ਼ੁਰੂ ਕੀਤੀ। 7 ਸਾਲ ਦੀ ਤੋੜ ਮੋੜ ਤੋਂ ਬਾਅਦ ਪ੍ਰੈਜ਼ੀਡੈਂਟ F.W. de Klerk ਨੇ ਅਫਰੀਕਨ ਜਨਤਾ ਨੂੰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਕਿ ਮੰਡੇਲਾ ਨੂੰ ਗਵਰਨਮੈਂਟ ਰਿਹਾ ਕਰਨ ਦੇ ਬਾਰੇ ਵਿੱਚ ਸੋਚ ਰਹੀ ਹੈ। ਫਾਈਨਲੀ 71 ਇਅਰਸ ਦੀ ਉਮਰ ਵਿੱਚ ਮੰਡੇਲਾ ਜੇਲ੍ਹ ਤੋਂ ਆਜ਼ਾਦ ਹੋ ਕੇ ਬਾਹਰ ਆ ਗਏ। ਬਾਹਰ ਆਉਂਦੇ ਸਾਰ ਹੀ ਉਹਨਾਂ ਨੇ ਆਜ਼ਾਦੀ, ਮਾਫ ਕਰ ਦੇਣਾ ਅਤੇ ਸਮਾਨਤਾ ਦੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਬਾਹਰ ਆਉਂਦੇ ਸਾਰ ਹੀ ਇੱਕ ਜ਼ੋਰਦਾਰ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਵਾਈਟ ਅਫਰੀਕਨ ਵੀ ਉਹਨਾਂ ਲਈ ਆਪਣੇ ਹਨ। ਉਹ ਉਹਨਾਂ ਨੂੰ ਵੀ ਬਲੈਕ ਅਫਰੀਕਨ ਦੀ ਤਰ੍ਹਾਂ ਪਿਆਰ ਕਰਦੇ ਹਨ। ਉਹਨਾਂ ਨੇ ਅਫਰੀਕਨ ਜਨਤਾ ਦੇ ਵਧੀਆ ਭਵਿੱਖ ਦੇ ਲਈ ਆਸ਼ਾ ਜਤਾਈ। When by ending the system of white minority domination, humanity will have ensured that never again shall the scourge of racial tyranny raise its ugly head. ਰੰਗ ਭੇਦ ਨੂੰ ਖਤਮ ਕਰਨ ਦੇ ਲਈ ਮੰਡੇਲਾ ਨੂੰ 1993 ਵਿੱਚ ਨੋਬਲ ਪੀਸ ਪ੍ਰਾਈਜ਼ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ 1 ਸਾਲ ਬਾਅਦ ਅਫਰੀਕਾ ਵਿੱਚ ਪਹਿਲੀ ਵਾਰ ਇਲੈਕਸ਼ਨਸ ਹੋਏ, ਜਿਸ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਜੇਲ੍ਹ ਦੇ ਕੈਦੀ ਰਹਿਣ ਤੋਂ ਬਾਅਦ ਵੀ, ਜਿਸ ਨੂੰ ਅਫਰੀਕਨ ਗਵਰਨਮੈਂਟ ਨੇ ਆਤੰਕਵਾਦੀ ਘੋਸ਼ਿਤ ਕਰ ਦਿੱਤਾ ਸੀ, ਆਖਿਰ ਅਫਰੀਕਾ ਦੇ ਜਨਤਾ ਨੇ ਉਸ ਨੂੰ ਡੈਮੋਕ੍ਰੇਸੀ ਵਿੱਚ ਅਫਰੀਕਾ ਦਾ ਫਰਸਟ ਬਲੈਕ ਪ੍ਰੈਜ਼ੀਡੈਂਟ ਚੁਣਿਆ। The time for the healing of the wounds has come. The moment to bridge the chasms that divide us has come. The time to build
is upon us. We have at last achieved our political emancipation. We pledge ourselves to liberate all our people from the continuing bondage of poverty, deprivation, suffering, gender, and other discrimination. We commit ourselves to the construction of a complete, just, and lasting peace. We understand it still that there is no easy road to freedom. We know it well that none of us acting alone can achieve success. We must therefore act together as a united people for national reconciliation, for nation building, for the birth of a new world. Let there be justice for all. Let there be peace for all. The sun shall never set on so glorious a human achievement. Let freedom reign. ਪ੍ਰੈਜ਼ੀਡੈਂਟ ਦੇ ਪਦ ਤੇ ਰਹਿ ਕੇ ਮੈਂਡੇਲਾ ਨੇ ਅਫਰੀਕਾ ਵਿੱਚ ਬਹੁਤ ਬਦਲਾਵ ਕੀਤੇ। ਉਹਨਾਂ ਨੇ ਸਾਊਥ ਅਫਰੀਕਾ ਵਿੱਚ ਚੱਲ ਰਹੀਆਂ ਅੰਦਰੂਨੀ ਲੜਾਈਆਂ ਨੂੰ ਖਤਮ ਕੀਤਾ। ਉਹ ਗੋਰੇ ਅਤੇ ਕਾਲੇ ਹਰ ਅਫਰੀਕਨ ਨੂੰ ਨਾਲ ਲੈ ਕੇ ਚੱਲੇ, ਜਿਸ ਨਾਲ ਉਹ ਸਭ ਦੇ ਪ੍ਰੈਜ਼ੀਡੈਂਟ ਬਣੇ। ਉਹ ਅਫਰੀਕਾ ਦੇ ਵਿੱਚ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਸੀ, ਦੋਨੋਂ ਗੋਰੇ ਔਰ ਕਾਲਿਆਂ ਵਿੱਚ। ਇਸ ਦੇ ਲਈ ਉਹਨਾਂ ਨੇ ਇੱਕ ਅਲੱਗ ਰਾਸਤਾ ਚੁਣਿਆ। ਰਗਬੀ ਅਫਰੀਕਾ ਵਿੱਚ ਕਾਫੀ ਪਹਿਲਾਂ ਤੋਂ ਖੇਡਣ ਵਾਲੀ ਖੇਡ ਸੀ, ਜਿਸ ਨੂੰ ਸਿਰਫ ਵਾਈਟ ਅਫਰੀਕਨ ਹੀ ਖੇਡਦੇ ਸਨ। 1995 ਵਿੱਚ ਸਾਊਥ ਅਫਰੀਕਾ ਨੇ ਰਗਬੀ ਵਰਲਡ ਕੱਪ ਆਰਗੇਨਾਈਜ਼ ਕੀਤਾ, ਜਿਸ ਦੇ ਵਿੱਚ ਸਾਊਥ ਅਫਰੀਕਾ ਦੀ ਟੀਮ ਵਿਜੇਤਾ ਰਹੀ। ਮੈਂਡੇਲਾ ਇੱਕ ਵਾਈਟ ਪਲੇਅਰ ਦੀ ਜਰਸੀ ਪਾ ਕੇ ਬਾਹਰ ਆਏ ਅਤੇ ਟੀਮ ਨੂੰ ਵਰਲਡ ਕੱਪ ਦੇ ਕੇ ਸਨਮਾਨਿਤ ਕੀਤਾ। ਵਾਈਟ ਅਫਰੀਕਨਸ ਗਰਾਊਂਡ ਦੇ ਵਿੱਚ ਮੈਂਡੇਲਾ ਦਾ ਲਗਾਤਾਰ ਬੜੇ ਉਤਸ਼ਾਹ ਦੇ ਨਾਲ ਨਾਂ ਲੈ ਰਹੇ ਸਨ, ਜਿਸ ਨਾਲ ਬਲੈਕ ਅਫਰੀਕਨਸ ਨੂੰ ਵਾਈਟ ਅਫਰੀਕਨਸ ਵੱਲੋਂ ਪੋਜ਼ਿਟਿਵ ਰਿਵਿਊ ਮਿਲਿਆ। ਸਾਊਥ ਅਫਰੀਕਾ ਨੇ ਇੱਕ ਬਲੈਕ ਪ੍ਰੈਜ਼ੀਡੈਂਟ ਨੂੰ ਪੂਰੀ ਤਰ੍ਹਾਂ ਨਾਲ ਐਕਸੈਪਟ ਕਰ ਲਿਆ ਸੀ। ਇਹ ਪੁਆਇੰਟ ਸਾਊਥ ਅਫਰੀਕਾ ਦੀ ਹਿਸਟਰੀ ਵਿੱਚ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਹੈ। ਮੈਂਡੇਲਾ December 5th ਨੂੰ 8:50 PM ਲੋਕਲ ਟਾਈਮ ਤੇ ਆਪਣੇ ਘਰ ਜੋਹਾਨਸਬਰਗ ਤੇ ਪੂਰੇ ਹੋ ਗਏ। ਮੁੰਬਈ ਦੇ ਤਾਜ ਹੋਟਲ ਤੇ ਹੋਏ ਹਮਲੇ ਨੂੰ ਕੌਣ ਭੁਲਾ ਸਕਦਾ ਹੈ? ਕੌਣ ਭੁਲਾ ਸਕਦਾ ਹੈ ਉਹਨਾਂ ਦਹਿਸ਼ਤਗਰਦਾਂ ਨੂੰ ਜਿਨ੍ਹਾਂ ਨੇ ਬੇਕਸੂਰ ਲੋਕਾਂ ਨੂੰ ਆਪਣੀਆਂ ਗੋਲੀਆਂ ਨਾਲ ਭੁੰਨ ਦਿੱਤਾ ਸੀ। ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕੀਨੀਆ ਦੇ ਨੈਰੋਬੀ ਸੂਬੇ ਵਿੱਚ, ਜਿੱਥੇ ਇੱਕ ਸ਼ਾਪਿੰਗ ਮਾਲ ਵਿੱਚ ਬੜੇ ਦਹਿਸ਼ਤਗਰਦਾਂ ਨੇ ਬੇਕਸੂਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਪੂਰੀ ਕਾਰਵਾਈ CCTV ਵਿੱਚ ਕੈਦ ਕੀਤੀ। ਇਸ ਸ਼ਿਕਾਰ ਵਿੱਚ ਕੁਝ ਪੰਜਾਬੀ ਲੋਕ ਵੀ ਮੌਜੂਦ ਸਨ। ਸਰਕਾਰਾਂ ਹੋਸ਼ ਵਿੱਚ ਆਈਆਂ, ਚੌਕਸ ਹੋਈਆਂ ਅਤੇ ਦਹਿਸ਼ਤਗਰਦਾਂ ਨੂੰ ਫੜਨ ਦੀ ਮੁਹਿੰਮ ਵੀ ਸ਼ੁਰੂ ਹੋ ਗਈ। ਕੀ ਰਿਹਾ ਪੂਰਾ ਮਾਮਲਾ, ਆਓ ਵੇਖਦੇ ਹਾਂ। 21 ਸਤੰਬਰ 2013 ਨੂੰ ਕੀਨੀਆ ਦੇ ਸ਼ਹਿਰ ਨੈਰੋਬੀ ਦੇ ਵੈਸਟਗੇਟ ਮਾਲ ਤੇ ਹੋਏ ਅੱਤਵਾਦੀ ਹਮਲੇ ਨੇ ਕੌਮਾਂਤਰੀ ਪੱਧਰ ਤੇ ਮੁੰਬਈ 'ਚ ਹੋਏ 26/11 ਦੀ ਭਿਆਨਕ ਯਾਦ ਤਾਜ਼ਾ ਕਰ ਦਿੱਤੀ। 4 ਦਿਨ ਚੱਲੇ ਇਸ ਹਮਲੇ 'ਚ 72 ਦੇ ਕਰੀਬ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ, ਜਿਨ੍ਹਾਂ 'ਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਿਲ ਸਨ, ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਕੀਨੀਆ ਦੇ ਸੁਰੱਖਿਆ ਦਲਾਂ ਦੇ 6 ਜਵਾਨ ਤੇ 5 ਹਮਲਾਵਰ ਵੀ ਦੋਹਾਂ ਪਾਸਿਓਂ ਹੋਈ ਗੋਲੀਬਾਰੀ 'ਚ ਮਾਰੇ ਗਏ। ਇਸਲਾਮੀ ਅਤਵਾਦੀ ਗਰੁੱਪ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਕੀਨੀਆਈ ਫੌਜ ਦੀ ਸੋਮਾਲੀਆ 'ਚ ਤੈਨਾਤੀ ਦਾ ਜਵਾਬ ਕਰਾਰ ਦਿੱਤਾ। ਟੀਵੀ ਤੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ 'ਚ ਮਾਲ ਅੰਦਰੋਂ ਸੁਰੱਖਿਅਤ ਬਾਹਰ ਆਏ ਲੋਕਾਂ ਨੇ ਅਤਵਾਦੀਆਂ ਦੀ ਬੇਹੱਦ ਕੱਟੜ ਧਾਰਮਿਕ ਤੇ ਜ਼ਾਲਮ ਮਾਨਸਿਕਤਾ ਦੇ ਰੋਂਗਟੇ ਖੜੇ ਕਰ ਦੇਣ ਵਾਲੇ ਵਿਵਹਾਰ ਬਾਰੇ ਵਿਸ਼ਵ ਭਰ ਦੇ ਲੋਕਾਂ ਨੂੰ ਦੱਸਿਆ। ਨਿਰਦਈ ਹਮਲਾਵਰਾਂ ਨੇ ਮਾਸੂਮ ਬੱਚਿਆਂ ਤੇ ਔਰਤਾਂ ਨੂੰ ਨਹੀਂ ਬਖਸ਼ਿਆ। ਸ਼ਾਇਦ ਇਹੀ ਕਾਰਨ ਸੀ ਕਿ ਹਮਲਾਵਰਾਂ ਨੂੰ ਮਾਰ ਮੁਕਾਉਣ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੌਮਾਂਤਰੀ ਭਾਈਚਾਰੇ ਨੇ ਵੀ ਹਿੱਸਾ ਪਾਇਆ, ਜਿਸ ਵਿੱਚ ਅਮਰੀਕੀ ਤੇ ਬ੍ਰਿਟਿਸ਼ ਫੌਜੀ ਕਮਾਂਡੋ ਵੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਜ਼ਖਮੀਆਂ ਦੇ ਇਲਾਜ ਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵੱਖ-ਵੱਖ ਦੇਸ਼ਾਂ ਦੇ ਲੋਕ ਅੱਗੇ ਆਏ। ਭਾਰੀ ਮਾਤਰਾ 'ਚ ਖੂਨਦਾਨ ਤੋਂ ਇਲਾਵਾ 6,50,000 ਅਮਰੀਕੀ ਡਾਲਰ ਇਸ ਮਕਸਦ ਲਈ ਇਕੱਤਰ ਹੋਏ। ਕੀਨੀਆ ਦੀ ਰੈੱਡ ਕਰਾਸ ਸੁਸਾਇਟੀ ਦਾ ਵੀ ਇਸ ਵਿੱਚ ਅਹਿਮ ਯੋਗਦਾਨ ਰਿਹਾ। ਐਡਵਰਡ ਸਨੋਡਨ, ਜੀ ਹਾਂ, ਇੱਕ ਅਜਿਹੇ ਸ਼ਖਸ ਦਾ ਨਾਮ ਜਿਸ ਨੇ ਸਾਲ 2013 ਵਿੱਚ ਅਮਰੀਕਾ ਵਿੱਚ ਭੂਚਾਲ ਲਿਆ ਦਿੱਤਾ। ਕਾਰਨ ਸੀ ਅਮਰੀਕਾ ਦੀਆਂ ਗੁਪਤ ਸੂਚਨਾਵਾਂ ਨੂੰ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਲੀਕ ਕਰਨਾ, ਅਮਰੀਕਾ ਨੂੰ ਬੇਪਰਦਾ ਕਰਨਾ। ਭਾਵੇਂ ਹੋਰਨਾਂ ਮੁਲਕਾਂ ਵਿੱਚ ਐਡਵਰਡ ਸਨੋਡਨ ਹੀਰੋ ਬਣ ਗਿਆ, ਪਰ ਅਮਰੀਕਾ ਵਿੱਚ ਇਸ ਨੂੰ ਭਗੌੜਾ ਐਲਾਨ ਦਿੱਤਾ ਗਿਆ। महाशक्ति अमरीका दे बाज उजाड़न वाला अमरीकी कंप्यूटर माहिर एडवर्ड जोसेफ स्नोडन विश्व भर दे मीडिया सुर्खियां विच रहा। साबका अमरीकी सुरक्षा एजेंसी CIA दे इस साबका कर्मचारी नूं अपनी सनसनीखेज खुलासे कारण अमरीका चों भज के रूस विच शरण लैण लई मजबूर होना पिया। लोडन ने अमरीका दी कौमी सुरक्षा एजेंसी NSA दे विश्वव्यापी नज़रसानी रखण दे गुप्त प्रोग्राम नूं जग जाहिर कीता। इस दे तहत सरकार ते NSA नूं ਵੱਖ-ਵੱਖ ਦੇਸ਼ਾਂ ਵਿੱਚ ਅਮਰੀਕੀ ਸਫਾਰਤਖਾਨਿਆਂ ਰਾਹੀਂ ਭੇਜੀ ਗੁਪਤ ਸੂਚਨਾਵਾਂ ਨੂੰ ਲੜੀਵਾਰ ਵਿਕੀਲੀਕਸ ਦੇ ਨਾਂ ਹੇਠ ਵਿਸ਼ਵ ਭਰ ਦੇ ਮੀਡੀਆ ਰਾਹੀਂ ਜਨਤਕ ਕੀਤਾ। ਇਹ ਅਮਰੀਕੀ ਇਤਿਹਾਸ ਵਿੱਚ ਅਜਿਹਾ ਦਲੇਰੀ ਭਰਿਆ ਕਦਮ ਸੀ ਜਿਸ ਨੇ ਅਮਰੀਕੀ ਸਰਕਾਰ ਤੇ ਸੁਰੱਖਿਆ ਤੰਤਰ ਵਿੱਚ ਤਰਥੱਲੇ ਮਚਾ ਦਿੱਤੇ। ਜ਼ਾਹਿਰ ਹੈ ਕਿ ਇਸ ਕਦਮ ਨਾਲ ਵਿਸ਼ਵ ਭਰ ਵਿੱਚ ਆਪਣੀ ਡਿੱਗਦੀ ਸਾਖ ਨੂੰ ਬਚਾਉਣ ਲਈ ਅਮਰੀਕੀ ਖੁਫੀਆ ਤੰਤਰ ਉਸ ਦੇ ਮਗਰ ਪੈ ਗਿਆ ਤੇ ਅਜਿਹੀਆਂ ਪਰਿਸਥਿਤੀਆਂ ਪੈਦਾ ਕੀਤੀਆਂ ਕਿ ਮਲੋਡਨ ਨੂੰ ਦੇਸ਼ ਛੱਡਣਾ ਪਿਆ। ਜ਼ਿਕਰਯੋਗ ਹੈ ਕਿ ਮਲੋਡਨ ਨੇ ਆਪਣੀਆਂ ਕਾਰਵਾਈਆਂ ਲੁਕਵੇਂ ਢੰਗ ਨਾਲ ਸ਼ੁਰੂ ਕੀਤੀਆਂ, ਪਰ ਇਸ ਵਰੇ ਜੂਨ ਵਿੱਚ ਮਸ਼ਹੂਰ ਅਖਬਾਰ ਦੀ ਗਾਰਡੀਅਨ ਰਾਹੀਂ ਆਪਣੀ ਪਛਾਣ ਨੂੰ ਜਨਤਕ ਕੀਤਾ। ਬਕੌਲ ਮਲੋਡਨ ਉਸਨੇ ਆਪਣੇ ਸਾਥੀਆਂ ਨੂੰ ਬਚਾਉਣ ਦੇ ਲਈ ਅਜਿਹੀਆਂ ਸੂਚਨਾਵਾਂ ਨੂੰ ਜਨਤਕ ਕਰਨ ਦੀ ਜ਼ਿੰਮੇਵਾਰੀ ਲੈਣ ਲਈ ਕੀਤਾ। ਅਖੀਰ ਕਈ ਦੇਸ਼ਾਂ ਵਿੱਚ ਅਮਰੀਕੀ ਖੁਫੀਆ ਏਜੰਸੀਆਂ ਤੋਂ ਬਚਦਾ ਬਚਾਉਂਦਾ ਮਲੋਡਨ ਹੁਣ ਰੂਸ ਵਿੱਚ ਆਰਜ਼ੀ ਸ਼ਰਨ ਲੈ ਕੇ ਰਹਿ ਰਿਹਾ ਹੈ। ਸੋ ਫਿਲਹਾਲ ਕੌਮਾਂਤਰੀ ਹਲਚਲ 2013 ਵਿੱਚ ਬਸ ਇੰਨਾ ਹੀ ਤੇ ਆਗਾਜ਼ ਕਰਦੇ ਹਾਂ ਸਾਲ 2014 ਦਾ ਤੇ ਦੁਆ ਕਰਦੇ ਹਾਂ ਕਿ ਸਾਲ 2014 ਸਾਡੇ ਲਈ ਖੁਸ਼ੀਆਂ ਖੇੜਿਆਂ ਭਰਿਆ ਰਹੇ। ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਸਾਡੇ ਨਾਲ। ਧੰਨਵਾਦ। ਭਾਜੀ ਨਾ ਕਰੋ ਹਲੇ, ਰੁਕੋ। ਇਹਨਾਂ ਪਾਣੀ ਦੀਆਂ ਲਹਿਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਸਮਾਂ ਸਾਲ 2013 ਦੀ ਸਭ ਤੋਂ ਦੁਖਦ ਭਰੀ, ਭਾਜੀ ਨਾਲ ਜਾਣ ਦਿਓ। ਇਹਨਾਂ ਦੇ ਪੈਰਾਂ ਦੀ ਆਵਾਜ਼ ਆ ਰਹੀ ਹੈ, ਜਾਣ ਦਿਓ। ਨਹੀਂ ਆ ਰਹੀ ਭਾਜੀ, ਇਹ ਖੰਭਾ ਰਿਹਾ ਵਿੱਚ। ਯਾਰ ਨਾ ਹੋਇਆ ਸੀ ਭਾਜੀ। ਆ ਗਈ ਤੇ ਫਿਲਹਾਲ ਚਲੇ ਗਏ ਕਹਿੰਦਾ ਵਾਲਾ